ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀ ਖਬਰ ਇਹ ਆ ਰਹੀ ਹੈ ਕਿ ਮੱਤੇਵਾੜਾ ਦਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਹ ਸਿਰਫ ਐਲਾਨ ਹੈ, ਇਹਦੇ ਬਾਰੇ ਨੋਟੀਫਿਕੇਸ਼ਨ ਆਉਣਾ ਜਾਂ ਕੀ ਕਾਨੂੰਨੀ ਚਾਰਾਜੋਈ ਅੱਗੇ ਚੱਲਣੀ ਹੈ, ਕਿਉਂਕਿ ਪਿਛਲੀ ਸਰਕਾਰ ਨੂੰ ਲੈ ਕੇ ਤੰਜ ਕੱਸੇ ਜਾ ਰਹੇ ਨੇ। ਟਵੀਟ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਕਾਂਗਰਸ ਦੇ ਵੱਲੋਂ ਇਹਨੂੰ ਮਨਜ਼ੂਰੀ ਦਿੱਤੀ ਗਈ ਸੀਗੀ ਤੇ ਹੁਣ ਆਮ ਆਦਮੀ ਪਾਰਟੀ ਨੇ ਇਹਨੂੰ ਰੱਦ ਕਰਨ ਦਾ ਫੈਸਲਾ ਕੀਤਾ। ਇਹ ਮੱਤੇਵਾੜਾ ਦੀ ਜ਼ਮੀਨ ਦੇ ਉੱਤੇ ਪ੍ਰੋਜੈਕਟ ਨਹੀਂ ਲੱਗੇਗਾ। ਟੈਕਸਟਾਈਲ ਪਾਰਕ ਦੀ ਗੱਲ ਹੋ ਰਹੀ ਹੈ। ਜ਼ਮੀਨ ਅੱਗੋਂ ਕਿੱਥੇ ਦਿੱਤੀ ਜਾਣੀ ਹੈ ਇਹਦੇ ਬਾਰੇ ਫਿਲਹਾਲ ਕੋਈ ਪਤਾ ਨਹੀਂ। ਮੈਂ ਸਮਦ ਸਾਹਿਬ ਨੂੰ ਕਹਾਂਗਾ ਕਿ ਇਹਦੇ ਉੱਤੇ ਗੱਲ ਨੂੰ ਅੱਗੇ ਤੋਰੀਏ ਕਿ ਸਮਦ ਸਾਹਿਬ ਇਹਨੂੰ ਹੁਣ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਸਰਕਾਰ ਹੁਣ ਚਲੋ ਇੱਕ ਚੰਗਾ ਸਟੈਪ ਲਿਆ ਸਰਕਾਰ ਨੇ, ਲੋਕਾਂ ਦਾ ਪ੍ਰੈਸ਼ਰ ਬਣਿਆ ਤੇ ਮੱਤੇਵਾੜਾ ਦਾ ਪ੍ਰੋਜੈਕਟ ਜਿਹੜਾ ਆ ਮੱਤੇਵਾੜਾ ਦੀ ਜ਼ਮੀਨ ਨੂੰ ਛੱਡ ਦਿੱਤਾ ਗਿਆ। ਸੁਖਵਿੰਦਰ, ਬਹੁਤ ਸ਼ੁਕਰੀਆ ਸੱਦਾ ਦੇਣ ਲਈ। ਪੰਜਾਬਨਾਮਾ ਦੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਨਮਨ ਨਾਲ ਆਦਰ ਨਾਲ ਸਤਿਕਾਰ ਕਰਦਾ। ਜਿਹੜਾ ਸਵਾਲ ਹੈ ਉਹ ਇਹ ਆ ਕਿ ਸਰਕਾਰ ਨੇ ਜੋ ਫੈਸਲਾ ਲਿਆ ਉਹਦਾ ਸਵਾਗਤ ਕਰਨਾ ਬਣਦਾ ਜਾਂ ਨਹੀਂ। ਮੈਂ ਕਹੂੰਗਾ ਕਿ ਸਰਕਾਰ ਨੇ ਅੱਖ ਚੱਬਿਆ। ਸਰਕਾਰ ਚਾਹੁੰਦੀ ਨਹੀਂ ਸੀ, ਕਿਉਂਕਿ ਸਰਕਾਰ ਉਹੀ ਕੰਮ ਕਰ ਰਹੀ ਹੈ ਜੋ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਨੇ। ਕਾਂਗਰਸ ਨੇ ਫੈਸਲਾ ਲਿਆ ਸੀ, ਅਕਾਲੀਆਂ ਦਾ ਦੇ ਵਿੱਚ ਕੋਈ ਲੈਣ ਦੇਣ ਨਹੀਂ। ਪਰ ਜਿਸ ਤਰੀਕੇ ਦਾ ਆਪਾਂ ਦੇਖਿਆ ਨਾ ਉੱਥੇ ਇੱਕ ਦਿਨ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ, ਸਰਕਾਰ ਸੰਯੁਕਤ ਕਿਸਾਨ ਮੋਰਚੇ ਵਾਲਾ ਜਿਹੜਾ ਉਹ ਜਿੰਨ ਸੀ ਨਾ, ਜਿਹੜੇ ਜਿੰਨ ਤੋਂ ਨਰਿੰਦਰ ਮੋਦੀ ਡਰਿਆ ਸੀ, ਇਹ ਉਹ ਜਿੰਨ ਦਿਖਿਆ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ। ਭਗਵੰਤ ਮਾਨ ਦਾ ਤਾਂ ਕੋਈ ਹਿੱਲਾ ਹੀ ਨਹੀਂ ਹੈਗਾ। ਭਗਵੰਤ ਮਾਨ ਸਾਡੇ ਵੱਡੇ ਭਰਾ ਨੇ, ਉਹਨਾਂ ਨੂੰ ਮੈਂ ਕੰਸੀਡਰ ਹੀ ਨਹੀਂ ਕਰਾਂਗਾ, ਅੱਜ ਤੋਂ ਬਾਅਦ ਕਹਾਂਗਾ ਵੀ ਨਹੀਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਪੰਜਾਬ ਦਾ ਮੁੱਖ ਮੰਤਰੀ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਕਿ ਅਰਵਿੰਦ ਕੇਜਰੀਵਾਲ ਆ। ਇਹ ਜਿੰਨੀ ਛੇਤੀ ਤੁਸੀਂ ਸਮਝ ਲਓਗੇ ਉਨੇ ਸਖਾਲੇ ਤੁਸੀਂ ਹੋ ਜਾਓਗੇ, ਕਿਉਂਕਿ ਫੈਸਲਾ 92 ਸੀਟਾਂ ਦੇਣ ਦਾ ਪੰਜਾਬੀਆਂ ਨੇ ਲਿਆ ਹੈਗਾ। ਤੇ ਹੁਣ ਜੇ ਉਹਦਾ ਕੋਈ ਨਫਾ ਨੁਕਸਾਨ ਹੋ ਰਿਹਾ, ਉਹਦਾ ਜਿਹੜਾ ਜ਼ਿੰਮੇਵਾਰੀ ਆ ਉਹ ਵੀ ਪੰਜਾਬੀਆਂ ਨੂੰ ਆਪਦੇ ਸਿਰ ਲੈਣੀ ਪਊਗੀ। ਤੁਸੀਂ ਹੁਣ ਇੱਕ ਆਪਣਾ ਘੜਾ ਦੂਸਰੇ ਉੱਤੇ ਨਹੀਂ ਸਿੱਟ ਸਕਦੇ। ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਫੈਸਲਾ ਵਾਪਸ ਲਿਆ, ਪਿਛਲੀ ਸਰਕਾਰ ਵੱਲੋਂ ਲਿਆ ਗਿਆ ਕਿ ਮੱਤੇਵਾੜਾ ਜੰਗਲ ਦੇ ਵਿੱਚ ਸਪੈਸ਼ਲ ਇਕਨੋਮਿਕ ਜ਼ੋਨ ਜਿਹੜਾ ਬਣਾ ਰਹੇ ਸੀਗੇ, ਇੰਡਸਟਰੀਅਲ ਏਰੀਆ ਕ੍ਰੀਏਟ ਕੀਤਾ ਜਾ ਰਿਹਾ ਸੀ, ਟੈਕਸਟਾਈਲ ਪਾਰਕ ਬਣਾਇਆ ਜਾ ਰਿਹਾ ਸੀ, ਉਹਨੂੰ ਨੋਟੀਫਿਕੇਸ਼ਨ ਦੇ ਕੇ ਮਤਲਬ ਫਿਲਹਾਲ ਫੈਸਲਾ ਲੈ ਲਿਆ ਗਿਆ ਕੈਬਨਿਟ ਦੇ ਵਿੱਚ ਵੀ ਇਹ ਤੇ ਨਹੀਂ ਕੰਮ ਨਹੀਂ ਹੋਏਗਾ, ਇਹਨੂੰ ਠੰਡੇ ਬਸਤੇ ਵਿੱਚ ਪਾਇਆ ਜਾਏਗਾ। ਸਰਕਾਰ ਕਿਵੇਂ ਆ ਉਹ ਸਰਕਾਰ ਦੇ ਉੱਤੇ ਆ। ਇਹਨੂੰ ਵਿਧਾਨ ਸਭਾ ਵਿੱਚ ਇੱਕ ਮਤੇ ਰਾਹੀਂ ਕਹਿਣਗੇ ਜਾਂ ਆਪਣਾ ਕੈਬਨਿਟ ਵਿੱਚ ਹੋ ਸਕਦਾ। ਜੋ ਵੀ ਟੈਕਨੀਕਲਿਟੀਜ਼ ਹੈਗੀਆਂ ਨੇ ਉਹ ਸਰਕਾਰੀ ਦਰਬਾਰੀਆਂ ਨੂੰ ਪਤਾ ਹੈਗਾ, ਜਿਹੜੇ ਸਰਕਾਰਾਂ ਨੂੰ ਸਲਾਹ ਦਿੰਦੇ ਨੇ। ਲੇਕਿਨ ਮੈਂ ਕਹਿੰਦਾ ਕਿ ਜੇ ਅੱਖ ਚੱਬਣਾ ਹੀ ਸੀਗਾ ਸਰਕਾਰ ਨੇ ਤਾਂ ਪਹਿਲਾਂ ਚੱਬ ਲੈਂਦੀ। ਇਹ ਫਜੀਹਤ ਕਿਉਂ ਕਰਾਉਣੀ ਸੀ? ਪਿਛਲੀਆਂ ਸਰਕਾਰਾਂ ਫਜੀਹਤ ਕਰਾ ਕੇ ਮੰਨਦੀਆਂ ਸੀ। ਜਦੋਂ ਬਰਗਾੜੀ ਮੋਰਚੇ ਦੇ ਉੱਪਰ ਸਾਰਾ ਕੁਝ ਹੋਇਆ ਸੀ, ਤਸ਼ੱਦਦ ਹੋਇਆ ਸੀ, ਲੋਕ ਸੜਕਾਂ ਤੇ ਆ ਗਏ ਸੀ, ਅਕਾਲੀਆਂ ਨੇ ਮਜਬੂਰੀ ਵਿੱਚ ਫਿਰ ਕੰਮ ਕੀਤੇ ਸੀ, SIT ਬਣਾਈ ਆ ਜਾਂ CBI ਨੂੰ ਕੇਸ ਦਿੱਤਾ। ਮਤਲਬ ਕਿ ਤੱਕ ਲੋਕ ਆਪਣਾ ਰੋਹ ਸੜਕਾਂ ਤੇ ਆ ਕੇ ਨਹੀਂ ਦਿਖਾਉਂਦੇ, ਸਰਕਾਰ ਨੇ ਫੈਸਲਾ ਨਹੀਂ ਲੈਣਾ। ਸਰਕਾਰਾਂ ਇਹਦਾ ਮਤਲਬ ਕਿ ਫੈਸਲਾ ਸਹੀ ਆ ਜਾਂ ਗਲਤ ਆ ਉਹ ਇਹ ਦੇਖ ਕੇ ਨਹੀਂ ਲੈ ਰਹੇ, ਉਹ ਤਾਂ ਭੀੜ ਤੋਂ ਡਰਦੇ ਹੋਏ ਫੈਸਲਾ ਲੈ ਰਹੇ ਨੇ। ਔਰ ਭੀੜ ਉਸੇ ਪੰਜਾਬੀਆਂ ਦੀ ਭੀੜ ਆ ਜਿਨ੍ਹਾਂ ਨੇ ਸਰਕਾਰ ਨੂੰ ਬਣਾਇਆ ਹੈਗਾ। ਕਾਂਗਰਸ ਦੇ ਬੰਦੇ ਵੀ ਉੱਥੇ ਮੈਂ ਵੀਡੀਓ ਦੇਖ ਰਿਹਾ ਸੀ, ਰਾਜਾ ਵੜਿੰਗ ਵੀ ਘੁੰਮ ਰਹੇ ਆ ਉੱਥੇ ਖਹਿਰਾ ਸਾਹਿਬ ਵੀ ਘੁੰਮ ਰਹੇ ਨੇ, ਉੱਥੇ ਪ੍ਰਗਟ ਸਿੰਘ ਵੀ ਘੁੰਮ ਰਹੇ ਨੇ। ਯਾਰ ਤੁਹਾਡੀ ਸਰਕਾਰ ਨੇ ਜਦੋਂ ਬਣਾਇਆ ਸੀ ਉਦੋਂ ਤਾਂ ਤੁਸੀਂ ਇਹਦਾ ਅਪੋਜ਼ ਨਹੀਂ ਕੀਤਾ। ਅੱਜ ਤੁਸੀਂ ਇਹਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਅੱਜ ਤੁਸੀਂ ਇਹਨੂੰ ਹੱਥੜੇ ਪਾਉਣ ਆ ਗਏ। ਤੀਸਰੀ ਗੱਲ ਜਿਹੜੀ ਬਹੁਤ ਜ਼ਿਆਦਾ ਵੱਡੇ ਇਨਵਰਟਡ ਕੌਮਿਆਂ ਵਿੱਚ ਕਹਿਣ ਵਾਲੀ ਆ ਕਿ ਜੋ ਕੁਝ ਸੀਚੇਵਾਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਉਹਦਾ ਉਹ 1% ਵੀ ਨਹੀਂ ਕਰ ਸਕਦੇ, ਜਿਸ ਦਾ ਮੈਨੂੰ ਅਫਸੋਸ ਆ ਔਰ ਪੂਰੇ ਪੰਜਾਬੀਆਂ ਨੂੰ ਅਫਸੋਸ ਕਰਨਾ ਬਣਦਾ। ਉਹਨਾਂ ਨੂੰ ਸ਼ਰਮ ਵੀ ਕਰਨੀ ਬਣਦੀ ਆ ਕਿ ਇਹੋ ਜਿਹੇ ਬੰਦੇ ਅੱਜ ਅੱਗੇ ਆ ਰਹੇ ਨੇ, ਅਸੀਂ ਇਹੋ ਜਿਹੀ ਸਰਕਾਰ ਲੈ ਕੇ ਆਏ ਆ। ਇਹ ਪਛਤਾਤਾਪ ਦਾ ਸਮਾਂ ਹੈਗਾ। ਤੁਹਾਨੂੰ ਪੂਰੇ 5 ਸਾਲ ਪਛਤਾਤਾਪ ਦੇ ਕੱਢਣੇ ਪੈਣਗੇ, ਹਾਲੇ ਤਾਂ ਸ਼ੁਰੂਆਤ ਹੋਈ ਹੈਗੀ ਆ। ਸੋ ਇਹ ਬਿਹਤਰੀ ਆ ਸਰਕਾਰ ਦੀ ਕਿ ਵਾਪਸ ਲੈ ਲਿਆ। ਡਿਵੈਲਪਮੈਂਟ ਕਰਨ ਲਈ ਬੜੇ ਏਰੀਆ ਨੇ। ਪਹਿਲੀ ਗੱਲ ਤਾਂ ਸੁਖਵਿੰਦਰ, ਜੇ ਤੁਸੀਂ ਪਾਲਿਸੀ ਬਣਾਓ ਪੰਜਾਬ ਨੂੰ, ਜੇ ਤੁਸੀਂ ਭੂਗੋਲਿਕ ਤਰੀਕੇ ਨਾਲ ਵੰਡਣਾ 6-7 ਤਰੀਕੇ ਵੰਡਿਆ ਜਾ ਸਕਦਾ। ਜਿਹੜੀ ਹਿਮਾਚਲ ਦੇ ਨਾਲ ਸਾਡੀ ਹੱਦ ਲੱਗਦੀ ਆ ਸਾਰੀ ਪਠਾਰੀ ਆ। ਦੁਆਬੇ
ਜੋਗਰਾਫੀਆ ਹੋਰ ਹੈਗਾ, ਉੱਥੇ ਦਾ ਮੌਸਮ ਹੋਰ ਆ, ਮਾਝੇ ਦਾ ਹੋਰ ਮੌਸਮ ਆ, ਠੀਕ ਹੈ ਨਾ। ਮਾਲਵੇ ਦੇ ਵਿੱਚ ਵੀ 3 ਤਰ੍ਹਾਂ ਦੀ ਧਰਤੀ ਹੈਗੀ ਆ, ਜਿਹੜਾ ਸੰਗਰੂਰ ਵਾਲਾ ਇਲਾਕਾ ਹੋਰ ਆ, ਫਿਰੋਜ਼ਪੁਰ ਵਾਲਾ ਇਲਾਕਾ ਹੋਰ ਆ, ਸਰਹੰਦ ਵਾਲਾ ਪਟਿਆਲੇ ਵਾਲਾ ਇਲਾਕਾ ਹੋਰ ਆ। ਸੋ ਇਹ ਖੇਤੀਬਾੜੀ ਵੀ ਵਿਭਿੰਨਤਾ ਆਈ ਆਏਗੀ ਜੇ ਅਸੀਂ ਇਹ ਜੋਗਰਾਫੀਏ ਨੂੰ ਮੁੱਖ ਰੱਖ ਕੇ ਪਾਲਿਸੀਜ਼ ਬਣਾਵਾਂਗੇ, ਜਿਹਨੂੰ ਕਹਿੰਦੇ ਨੇ ਮੈਪਿੰਗ ਕਰਨਾ, ਜਿਹੜੀ ਜਗ੍ਹਾ ਦੀ, ਜਿਹੜੇ ਇਲਾਕੇ ਦੀ ਜੋ ਜ਼ਰੂਰਤ ਹੈਗੀ ਆ, ਜੋ ਉੱਥੇ ਚੀਜ਼ਾਂ ਹੋ ਸਕਦੀਆਂ ਨੇ, ਉਹਦੇ ਨਾਲ ਦੀ ਪਾਲਿਸੀ ਲਿਆਂਦੀ ਜਾਵੇ। ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਸੀ ਕਿ ਕੀ ਪੰਜਾਬ ਨੂੰ ਟੈਕਸਟਾਈਲ ਪਾਰਕ ਦੀ ਜ਼ਰੂਰਤ ਹੈਗੀ ਆ, ਕੀ ਸਾਡੇ ਇੰਨੀ ਉੱਨ ਪੈਦਾ ਹੁੰਦੀ ਆ ਕਿ ਅਸੀਂ ਇੰਨੀਆਂ ਮਿਲਾਂ ਨੂੰ ਰॉ ਮਟੀਰੀਅਲ ਦੇ ਸਕਾਂਗੇ ਕਿ ਟੈਕਸਟਾਈਲ ਬਣਦਾ ਹੋਵੇ। ਜੇ ਰॉ ਮਟੀਰੀਅਲ ਰਾਜਸਥਾਨ ਹਰਿਆਣੇ ਤੋਂ ਆਉਣਾ ਹੈਗਾ ਜਾਂ ਪਰਲੇ ਪਾਸੇ ਗੁਜਰਾਤ ਤੋਂ ਆਉਣਾ ਹੈਗਾ, ਤੇ ਫਿਰ ਸਾਨੂੰ ਇਹੀ ਜੀ ਕਿਉਂ ਇੰਡਸਟਰੀ ਲਾਉਣ ਦੀ ਲੋੜ ਹੈਗੀ ਆ। ਅਸੀਂ ਤਾਂ ਆਪਣੇ ਜੋ ਕਿਸਾਨਾਂ ਵੱਲੋਂ ਉਗਾਈ ਜਾਂਦੀ ਆਪਣੀਆਂ ਫਸਲਾਂ ਨੇ, ਚਾਹੇ ਕੁਝ ਵੀ ਆ, ਉਹਨੂੰ ਪ੍ਰੋਸੈਸ ਕਰਨਾ। ਜੇ ਟੈਕਸਟਾਈਲ ਵੀ ਲੱਗਦੀ ਆ ਤਾਂ ਉੱਨ ਨੂੰ ਪ੍ਰੋਸੈਸ ਕਰਨਾ, ਕਪਾਹ ਨੂੰ ਪ੍ਰੋਸੈਸ ਕਰਨਾ, ਠੀਕ ਹੈ ਨਾ। ਤੇ ਜੇ ਦਾਲਾਂ ਉਗਦੀਆਂ ਨੇ ਤਾਂ ਉਹਨਾਂ ਨੂੰ ਪ੍ਰੋਸੈਸ ਕਰਨਾ, ਜੇ ਕਿੰਨੂ ਉਗਦੇ ਆ ਤਾਂ ਉਹਨਾਂ ਨੂੰ ਪ੍ਰੋਸੈਸ ਕਰਨਾ, ਜੇ ਆਲੂ ਉਗਦੇ ਨੇ, ਟਮਾਟਰ ਹੁੰਦੇ ਤਾਂ ਉਹਨਾਂ ਨੂੰ ਪ੍ਰੋਸੈਸ ਕਰਨਾ। ਸੋ ਇੱਕ ਗੱਲ ਤਾਂ ਮੰਨ ਲਓ ਕਿ ਪ੍ਰੋਸੈਸਿੰਗ ਇੰਡਸਟਰੀ ਪੰਜਾਬ ਦਾ ਭਵਿੱਖ ਹੋ ਸਕਦਾ, ਕਿਉਂਕਿ ਸਿਰਫ ਅੰਨ ਉਗਾ ਦੇਣ ਨਾਲ ਉਹ ਕੀਮਤਾਂ ਨਹੀਂ ਮਿਲਦੀਆਂ। ਤੁਹਾਨੂੰ ਉਹ ਪ੍ਰੋਸੈਸਿੰਗ ਇੰਡਸਟਰੀ ਵਿੱਚ ਕਿਸਾਨ ਨੂੰ ਸਾਂਝੇਦਾਰ ਬਣਾਉਣਾ ਪਏਗਾ। ਇਹ ਸਰਕਾਰ ਦਾ ਫਰਜ਼ ਹੈ, ਇਹ ਪਾਲਿਸੀ ਦੇ ਵਿੱਚ ਹੋਣਾ ਚਾਹੀਦਾ ਕਿ ਜਦੋਂ ਕਿਸਾਨ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਹਿੱਸਾ ਆਏਗਾ ਉਹਦਾ, ਤਾਂ ਉਹਨੂੰ ਅੰਨ ਉਗਾਉਣ ਨਾਲੋਂ ਜ਼ਿਆਦਾ ਪੈਸੇ ਪ੍ਰੋਸੈਸਿੰਗ ਦੇ ਵਿੱਚੋਂ ਮਿਲਣਗੇ। ਫਿਰ ਉਹ MSP ਦਾ ਵੀ ਰੌਲਾ ਨਹੀਂ ਪਾਏਗਾ, ਕਿਉਂਕਿ ਉਹਨੂੰ ਪਤਾ ਕਿ ਕਣਕ ਦੀ MSP ਨਾਲ ਉਹ ਚੀਜ਼ ਨਹੀਂ ਮਿਲਣੀ ਜੋ ਬ੍ਰੈਡ ਦੇਗੀ, ਜੋ ਬੰਨ ਦੇ, ਜੋ ਡੇਅਰੀ ਦਾ ਹੋਰ ਚੀਜ਼ ਦੇਗਾ, ਜੋ ਪਨੀਰ ਦੇਗਾ, ਜੋ ਦਹੀਂ ਦੇਗਾ, ਪ੍ਰੋਸੈਸਡ ਸਮਾਨ। ਦੁੱਧ ਕੱਲਾ ਵੇਚ ਕੇ ਨਹੀਂ ਕੱਲ ਬਣਦੀ ਹੈਗੀ। ਅਮਰੀਕਾ ਵਿੱਚ ਇਹੀ ਹੋਇਆ। ਕੈਲੀਫੋਰਨੀਆ ਜਿੱਥੇ ਸਭ ਤੋਂ ਵੱਧ ਖੇਤੀ ਹੁੰਦੀ ਹੈ, ਸੁਖਵਿੰਦਰ ਹੈਰਾਨ ਹੋਗੇ ਕਿ ਉਹ ਪਾਣੀ ਦੀ ਮਾਰੀ ਹੋਈ ਧਰਤੀ ਹੈ, ਉੱਥੇ ਪਾਣੀ ਨਹੀਂ ਹੈਗਾ, ਲੇਕਿਨ ਉਹਨਾਂ ਨੇ ਉਸੇ ਤਰੀਕੇ ਦੀ ਖੇਤੀ ਕਰ ਲਈ ਕਿ ਪਾਣੀ ਘੱਟ ਹੈ ਤਾਂ ਉਹ ਖੇਤੀ ਕੀਤੀ ਜਾਵੇ ਜਿਹਦੇ ਨਾਲੋਂ ਪੈਸੇ ਜ਼ਿਆਦਾ ਆਉਣ, ਕੀਮਤਾਂ ਮਹਿੰਗੀਆਂ ਹੋਣ ਔਰ ਕਿਸਾਨ ਖੁਸ਼ਹਾਲ ਹੋਵੇ ਔਰ ਪ੍ਰੋਸੈਸਿੰਗ ਯੂਨਿਟ ਲੱਗਣ। ਇਸੇ ਕਰਕੇ ਉੱਥੇ ਬਦਾਮਾਂ ਦੀ, ਦਾਖਾਂ ਦੀ, ਅਲਫਾਂਜ਼ੋ, ਆਪਣੇ ਅੰਬਾਂ ਦੀ ਜਾਂ ਇਸ ਤਰ੍ਹਾਂ ਦੀਆਂ ਉਹ ਪ੍ਰੋਡਕਟਸ ਹੁੰਦੇ ਨੇ ਜਿਹੜੇ ਵੱਡੇ ਪੱਧਰ ਦੇ ਉੱਪਰ ਪ੍ਰੋਸੈਸ ਹੋ ਸਕਦੇ ਨੇ। ਛੋਟੇ ਛੋਟੇ ਕਿਸਾਨ ਨਹੀਂ ਰਹੇ, ਉਹਨਾਂ ਨੇ ਕਿਸਾਨਾਂ ਨੂੰ ਇਕੱਠੇ ਕਰਤਾ। ਸਾਡੇ ਪੰਜਾਬ ਦੇ ਵਿੱਚ ਕੋਆਪਰੇਟਿਵ ਮੁਹਿੰਮ ਚੱਲੀ ਸੀ, ਪਰ ਭ੍ਰਿਸ਼ਟਾਚਾਰ, ਸਾਡੇ ਲੋਕਾਂ ਦੇ ਲਾਲਚ ਨੇ ਉਸ ਕੋਆਪਰੇਟਿਵ ਨੂੰ ਫੇਲ ਕਰ ਦਿੱਤਾ। ਇਹੀ ਕੋਆਪਰੇਟਿਵ ਕੇਰਲਾ ਦੇ ਵਿੱਚ ਇੰਨਾ ਜ਼ਿਆਦਾ ਸਫਲ ਕਿਉਂ ਹੈਗਾ, ਇਹ ਸਾਡੇ ਲਈ ਸੋਚਣ ਲਈ ਸਾਨੂੰ ਮਜਬੂਰ ਹੋਣਾ ਚਾਹੀਦਾ ਪੰਜਾਬੀ ਕਿਸਾਨ ਨੂੰ ਕਿ ਕੋਆਪਰੇਟਿਵ ਜੇ ਅਸੀਂ ਇਮਾਨਦਾਰੀ ਨਾਲ ਚੱਲਦੇ ਆ ਤਾਂ ਅੱਜ ਬੈਂਕਾਂ ਵਿੱਚ ਨਾ ਰੁਲ ਰਿਹਾ ਹੁੰਦਾ। ਕੋਆਪਰੇਟਿਵ ਤੋਂ ਥੋੜੇ ਜਿਹੇ ਪਰਸੈਂਟ ਦੇ ਉੱਤੇ ਕਰਜ਼ੇ ਲੈ ਕੇ ਉਹ ਆਪਣਾ ਅੰਨ ਵੀ ਉਗਾਉਂਦਾ, ਉਹ ਆਪਣੇ ਪ੍ਰੋਸੈਸਿੰਗ ਯੂਨਿਟ ਵੀ ਲਾਉਂਦਾ ਔਰ ਖੁਸ਼ਹਾਲ ਜ਼ਿੰਦਗੀ, ਪੜ੍ਹੀ ਲਿਖੀ ਜ਼ਿੰਦਗੀ ਜਿਉਂਦਾ। ਵਲਾਇਤ ਵਿੱਚ ਜਾਣਾ ਕੋਈ ਮਾੜਾ ਨਹੀਂ ਹੈਗਾ, ਪਰ ਆਪਣੀ ਧਰਤੀ ਨੂੰ ਦੂਸਰਿਆਂ ਦੇ ਆਸਰੇ ਮਰਨ ਲਈ ਛੱਡ ਦੇਣਾ ਇਹ ਮਾੜਾਪਣ ਹੈਗਾ। ਝੋਨੇ ਨੂੰ ਉਗਾਉਣ ਲੱਗੇ ਤੁਸੀਂ ਸੜਕਾਂ ਦੇ ਕਿਨਾਰੇ ਤੱਕ ਛਿੱਲ ਦਿੱਤੇ, ਜੋ ਸਰਕਾਰ ਦੀ ਮਿੱਟੀ ਬਣਦੀ ਆ ਕਿ ਮਹਿਜ 1 ਕਿਲੋ ਚੌਲ ਜ਼ਿਆਦਾ ਹੋ ਜਾਣ। ਤੁਸੀਂ, ਤੁਹਾਡਾ ਲਾਲਚ ਨਹੀਂ ਦਿਖਾਉਂਦਾ ਕੀ ਆ ਉਹ। ਤੁਸੀਂ ਅੱਜ ਜੇ ਭ੍ਰਿਸ਼ਟਾਚਾਰ ਹੈਗਾ ਉਹਦੇ ਵਿੱਚ ਸਿਰਫ ਸਾਰੇ ਸਰਕਾਰੀ ਮੁਲਾਜ਼ਮਤ ਜ਼ਿੰਮੇਵਾਰ ਨਹੀਂ ਹੈਗੀ। ਹਾਂ, ਉਹ ਮੁਲਾਜ਼ਮਤ ਵੀ ਉਸੇ ਕੁਨਬੇ ਚੋਂ ਆਈ ਹੋਈ ਆ ਜਿਹੜੇ ਕੁਨਬੇ ਦੇ ਵਿੱਚ ਕਿਸਾਨੀ ਰਹਿੰਦੀ ਆ। ਤੇ ਅੱਜ ਸਾਡੇ ਜਵਾਨ ਆਪਣੇ ਉਹ ਤੁਹਾਡੀ ਜਿਹੜੀ ਹੈਗੀ ਆ ਅਗਨੀਪਥ ਵਿੱਚ ਫਸੇ ਨੇ, ਇਹਦਾ ਖਮਿਆਜ਼ਾ ਸਾਨੂੰ ਹੀ ਭੁਗਤਣਾ ਪੈਣਾ, ਕਿਉਂਕਿ ਸਰਕਾਰ ਨੇ ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚੇ ਤੋਂ ਡਰਦੇ ਹੋਏ ਜਾਂ ਉਸ ਚੀਜ਼ ਦਾ ਬਦਲਾ ਲੈਣ ਲਈ ਇਸ ਤਰ੍ਹਾਂ ਦੇ ਸਟੈਪ ਲੈ ਰਹੀ ਹੈ। ਔਰ ਤੁਸੀਂ ਜਿਹੜਾ ਨਾਰਥ ਬਲਾਕ ਦੀ ਮੀਟਿੰਗ ਹੋਈ ਆ ਅਮਿਤ ਸ਼ਾਹ ਨੇ ਲਈ ਸੀ, ਉੱਥੇ ਚੀਮਾ ਸਾਹਿਬ ਵੀ ਬੋਲ ਕੇ ਆਏ, ਉੱਥੇ ਆਪਣੇ ਜੇਲ੍ਹ ਮੰਤਰੀ ਵੀ ਬੋਲ ਕੇ ਆਏ ਕਿ ਜਿਹੜਾ ਪਾਣੀਆਂ ਦਾ ਮਸਲਾ ਹੈਗਾ, ਭਾਖੜਾ ਦੀ ਮੈਨੇਜਮੈਂਟ ਦਾ ਮਸਲਾ ਹੈਗਾ, ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈਗਾ, ਇਹ ਅਸੀਂ ਨਹੀਂ ਹੋਣ ਦਿਆਂਗੇ। ਪਰ ਅਮਿਤ ਸ਼ਾਹ ਦੇ ਉੱਪਰ ਜੂੰ ਤੱਕ ਨਹੀਂ ਰੜਕੀ, ਉਹਨੇ ਚੁੱਪ ਕਰਕੇ ਕਹਿਦਾ ਕਿ ਹਾਂਜੀ ਸਾਰੇ ਸਹਿਮਤ ਨੇ, ਅਸੀਂ ਹਰਿਆਣੇ ਨੂੰ ਜਗ੍ਹਾ ਵੀ ਦੇਵਾਂ ਚੰਡੀਗੜ੍ਹ ਦੇ ਵਿੱਚ, ਸਾਰਾ ਕੁਝ ਕਰਾਂਗੇ। ਸੋ ਇੱਥੇ ਗੱਲ ਜਿਹੜੀ ਚੀਜ਼ ਆ ਕਿ ਸਿੰਸੀਅਰਿਟੀ ਰੜਕਦੀ ਆ, ਉਹ ਪੰਜਾਬ ਸਰਕਾਰ ਦੀ ਰੜਕਦੀ ਆ ਕਿ ਉਹ ਸਿੰਸੀਅਰ ਕਦੋਂ ਹੋਣਗੇ, ਉਹ ਕਾਨੂੰਨੀ ਲੜਾਈ ਕਦੋਂ ਲੜਨਗੇ,
ਉਹਨਾਂ ਨੇ ਜਿਹੜੇ ਐਡਵੋਕੇਟ ਜਨਰਲਾਂ ਦੀ ਫੌਜ ਖੜੀ ਕੀਤੀ ਆ, ਜਿਹੜੇ ਸਲਾਹਕਾਰ ਨੇ ਸਰਕਾਰ ਦੇ, ਉਹ ਕਦੋਂ ਕੰਮ ਕਰਨਗੇ? ਇਹ ਬੜਾ ਇੰਪੋਰਟੈਂਟ ਸਵਾਲ ਹੋ ਜਾਂਦਾ। ਅੱਜ ਮੱਤੇਵਾਲ ਦਾ ਵਾਪਸ ਲੈ ਲਿਆ ਤਾਂ ਮੈਂ ਸਮਝੂਗਾ ਕਿ ਜੇ ਸਰਕਾਰ ਕਾਂਗਰਸ ਵੱਲੋਂ ਜਾਂ ਹੋਰ ਪਿਛਲੀਆਂ ਸਰਕਾਰਾਂ ਵੱਲੋਂ ਲਏ ਹੋਏ ਹੋਰ ਗਲਤ ਫੈਸਲਿਆਂ ਦੀ ਪੜਚੋਲ ਕਰਕੇ ਉਹਨਾਂ ਨੂੰ ਵੀ ਵਾਪਸ ਲਵੇ, ਉਹ ਵੀ ਬੜਾ ਵੱਡਾ ਇੱਕ ਅਹਿਲਕਾਰੀ ਹੋਏਗੀ, ਇੱਕ ਬੜਾ ਕਦਮ ਵੱਡਾ ਸਾਬਤ ਹੋਏਗਾ, ਜੋ ਬਹੁਤ ਇੰਪੋਰਟੈਂਟ ਹੈ ਇਸ ਵੇਲੇ। ਕਿਉਂਕਿ ਲੋਕਾਂ ਨੂੰ ਜਿਵੇਂ ਜਿਵੇਂ ਸਮਝ ਆਉਂਦੀ ਆ, ਉਹ ਭੀੜ ਇਕੱਠੀ ਕਰ ਰਹੇ। ਹੁਣ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ 2015 ਚ ਡੈਮ ਐਕਟ ਲਾਗੂ ਕਰਾ, ਲੋਕ ਸਭਾ ਚ ਪਾਸ ਕਰਾ ਕੇ ਕੇਂਦਰ ਸਰਕਾਰ ਲਾਗੂ ਕਰ ਚੁੱਕੀ ਆ, ਔਰ ਉਹਦੇ ਵਿੱਚ ਪੂਰੇ ਦਾ ਪੂਰਾ ਭਾਈਵਾਲ ਹੋ ਕੇ ਭੁਗਤਿਆ ਹੈਗਾ ਅਕਾਲੀ ਦਲ ਬਾਦਲ। ਦੱਸੇ ਜੇ ਨਹੀਂ ਭੁਗਤਿਆ, ਇਹਨਾਂ ਨੇ ਵੋਟ ਪਾਈ ਆ ਨਾ, ਔਰ ਇਹ ਕਹਿੰਦੇ ਨੇ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ। ਲਾਹਣਤਾਂ ਨੇ ਇਹਨਾਂ ਉੱਤੇ ਵਿਰੋਧ ਕਰਨ ਵਾਲੀ ਆ। ਤੁਸੀਂ ਰਾਸ਼ਟਰਪਤੀ ਚੋਣ ਵਿੱਚ ਤਾਂ ਉਹਨਾਂ ਦੇ ਹੱਕ ਵਿੱਚ ਜਾ ਕੇ ਹਾਮੀ ਭਰ ਕੇ ਆ ਗਏ ਹੋ। ਜੇ ਵਿਰੋਧ ਕਰਨਾ ਹੁੰਦਾ ਇਹੀ ਵੇਲਾ ਹੁੰਦਾ ਕਿ ਅਸੀਂ ਤੁਹਾਡੇ ਕੈਂਡੀਡੇਟ ਦੀ ਸਪੋਰਟ ਤਾਂ ਕਰਾਂਗੇ ਜੇ ਪੰਜਾਬ ਦੇ ਵਿੱਚ ਤੁਸੀਂ ਆਹ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋਗੇ, ਭਾਖੜਾ ਮੈਨੇਜਮੈਂਟ ਪੰਜਾਬ ਨੂੰ ਦਿਓਗੇ, ਔਰ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰੋਗੇ, ਔਰ ਹਰਿਆਣਾ ਵਿਧਾਨ ਸਭਾ ਦੇ ਉੱਪਰ ਕੋਈ ਜ਼ਮੀਨ ਨਹੀਂ ਦਿਓਗੇ। ਚੰਡੀਗੜ੍ਹ ਪੰਜਾਬ ਦਾ ਹੈਗਾ, ਠੀਕ ਹੈ, ਪੰਜਾਬ ਦੇ ਪਾਣੀਆਂ ਉੱਪਰ ਹਰਿਆਣੇ ਦਾ ਹੱਕ ਹੋ ਸਕਦਾ, ਉਹ ਵਾਜਬ ਆ ਗੱਲ, ਪੰਜਾਬ ਦਾ ਹਿੱਸਾ ਸੀ। ਪਰ ਚੰਡੀਗੜ੍ਹ ਤਾਂ ਹਰਿਆਣੇ ਲਈ ਨਹੀਂ ਸੀ ਬਣਿਆ, ਉਹ ਤਾਂ ਪੰਜਾਬ ਲਈ ਬਣਿਆ ਸੀ। ਸੋ ਅਕਾਲੀ ਦਲ ਨੇ ਗੱਲ ਨਹੀਂ ਕੀਤੀ, ਔਰ ਮੱਤੇਵਾੜਾ ਜਿਹੜੀ ਜੰਗਲ ਦੀ ਅੱਗ ਫੈਲੀ ਹੈ, ਲੋਕਾਂ ਵਿੱਚ ਰੋਹ ਫੈਲਿਆ, ਇੱਥੇ ਅਕਾਲੀ ਦਲ ਬਾਦਲ ਫਲॉप ਸਾਬਤ ਹੋਇਆ। ਇਹ ਮੋਰਚਾ ਉਹਨਾਂ ਵੱਲੋਂ ਲੱਗਣਾ ਚਾਹੀਦਾ ਸੀ, ਪਰ ਇਹਦੇ ਵਿੱਚ ਉਹ ਫੇਲ ਹੋਏ ਨੇ ਤੇ ਪੰਜਾਬ ਦੇ ਲੋਕ ਪਾਸ ਹੋਏ ਨੇ, ਜਿਨ੍ਹਾਂ ਨੇ ਇਹ ਮੋਰਚਾ ਲਾਇਆ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਸੁਖਵਿੰਦਰ ਜੀ ਜੀ ਬਿਲਕੁਲ। ਇੱਕ ਹੋਰ ਗੱਲ ਹੈ ਸਮਝ ਸਾਹਿਬ ਕਿ ਚਲੋ ਸਰਕਾਰ ਨੇ, ਤੁਸੀਂ ਕਿਹਾ ਕਿ ਬਾਗਡੋਰ ਤਾਂ ਕੇਜਰੀਵਾਲ ਸਾਹਿਬ ਵੀ ਸਾਂਭ ਰਹੇ ਨੇ, ਉਹ ਚਲੋ ਪਰਦੇ ਦੇ ਪਿੱਛੇ ਕੀ ਚੱਲਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ। ਮੱਤੇਵਾੜਾ ਦਾ ਜੇ ਫੈਸਲਾ ਰੱਦ ਕਰਨ ਦਾ ਲਿਆ ਆ ਤਾਂ ਲੋਕਾਂ ਦੇ ਵਿੱਚ ਖੁਸ਼ੀ ਵੀ ਹੈ ਕਿ ਚਲੋ ਲੋਕਾਂ ਦੀ ਆਵਾਜ਼ ਸੁਣੀ ਗਈ। ਪਰ ਦੂਜੇ ਬੰਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਲਾਹਕਾਰ ਕਮੇਟੀ ਬਣਾਈ ਸੀਗੀ, ਉਹਦੇ ਚੇਅਰਮੈਨ ਦੀ ਨਿਯੁਕਤੀ ਹੁਣ ਕਰ ਦਿੱਤੀ ਹੈ, ਰਾਘਵ ਚੱਡਾ ਨੂੰ ਚੇਅਰਮੈਨ ਬਣਾ ਦਿੱਤਾ ਗਿਆ। ਇੱਕ ਤਾਂ ਕੱਲ ਖਬਰ ਚਰਚਾ ਚੱਲ ਰਹੀ ਸੀ ਕਿ ਰਾਘਵ ਚੱਡਾ ਦੇ ਪੀਏ ਨੂੰ ਲਿਆ ਕੇ ਇੱਥੇ 1 ਲੱਖ ਰੁਪਇਆ ਤਨਖਾਹ ਤੇ ਰੱਖਿਆ ਗਿਆ, ਤੇ ਹੁਣ ਰਾਘਵ ਚੱਡਾ ਨੂੰ ਚੇਅਰਮੈਨ ਲਾਉਣਾ, ਇਹ ਕੀ ਸੰਕੇਤ ਦਿੰਦਾ ਤੇ ਇਹਦਾ ਅਸਰ ਕੀ ਦੇਖਦੇ ਹੋ ਸਿਆਸੀ ਤੌਰ ਉੱਤੇ? ਭਗਵੰਤ ਮਾਨ ਹੋਰਾਂ ਨੂੰ ਦਾਜ ਦੇ ਵਿੱਚ ਕੁਝ ਆਇਆ ਨਹੀਂ ਸੀ, ਪਰ ਹੁਣ ਪਤਾ ਲੱਗ ਗਿਆ ਵੀ ਇਹ ਕਮੇਟੀ ਦਾਜ ਵਿੱਚ ਆਈ ਆ, ਕਿਉਂਕਿ ਉਸੇ ਦਿਨ ਹੀ ਨੋਟੀਫਿਕੇਸ਼ਨ ਆਇਆ ਹੈਗਾ। ਸਾਨੂੰ ਤਾਂ ਆਸ ਸੀ ਵੀ ਭਗਵੰਤ ਮਾਨ ਜੇ ਕੁਝ ਦਾਜ ਵਿੱਚ ਲੈ ਕੇ ਆਉਣਗੇ ਤਾਂ ਹਰਿਆਣੇ ਤੋਂ ਪੰਜਾਬੀ ਬੋਲਦੇ ਇਲਾਕੇ ਲੈ ਕੇ ਆਉਣਗੇ, ਅੰਬਾਲਾ, ਕੁਰੂਸ਼ੇਤਰ, ਇਹਦੇ ਆਪਣਾ ਸਿਰਸਾ, ਇਹ ਸਾਰੇ ਯਮੁਨਾ ਨਗਰ, ਇਹ ਵਾਲੇ ਜਿਹੜੇ ਜ਼ਿਲ੍ਹੇ ਆ ਹਰਿਆਣੇ ਤੋਂ ਇੱਧਰ ਆਉਣਗੇ, ਕਿਉਂਕਿ ਪੰਜਾਬੀ ਬੋਲਦੇ ਨੇ। ਇੰਨਾ ਕੁ ਤਾਂ ਹੱਕ ਰੱਖਦੇ ਆ ਵੀ ਦਾਜ ਆ ਜਾਂਦਾ। ਵੈਸੇ ਮੈਂ ਦਾਜ ਦੇ ਖਿਲਾਫ ਹੈਗਾ, ਪਰ ਮਜ਼ਾਕ ਕਰਨ ਲਈ ਇਹ ਗੱਲ ਕਹੀ ਜਾ ਸਕਦੀ ਆ, ਪਰ ਇਹ ਸੀਰੀਅਸ ਨੋਟ ਦੇ ਵਿੱਚ ਵੀ ਗੱਲ ਸੁਣੀ ਜਾ ਸਕਦੀ ਆ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰਾਂ ਨੂੰ ਆਪਣੀ ਲੜਾਈ ਪੰਜਾਬ ਦੇ ਪਾਸਿਓਂ ਲੜਨੀ ਚਾਹੀਦੀ ਸੀ। ਪਰ ਭਗਵੰਤ ਮਾਨ ਹੋਰਾਂ ਦੀ ਤੁਸੀਂ ਜੋ ਉਹਨਾਂ ਨੂੰ ਮੁੱਖ ਮੰਤਰੀ ਲਾਈ ਬੈਠੇ ਹੋ, ਤੁਸੀਂ ਸਮਝ ਲਓ ਕਿ ਜਿਸ ਦਿਨ ਉਹ ਪੰਜਾਬ ਦੇ ਵਿੱਚ ਪਾਰਟੀ ਜਿੱਤੀ ਹੈ, ਉਹਨਾਂ ਨੇ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਆਪਣੀ ਪੱਗ ਰੱਖ ਦਿੱਤੀ ਸੀ। ਉਹਦੀਆਂ ਫੋਟੋਆਂ ਸਾਰਿਆਂ ਨੂੰ ਨਸ਼ਰ ਹੋਈਆਂ ਸੀ, ਉਹ ਸੜੇ ਪੱਗ ਦੇ ਵਿੱਚ ਆਪ ਵੀ ਸੀਗੇ, ਤੇ ਕਿਸੇ ਦੇ ਅੱਗੇ ਪੱਗ ਰੱਖਣੀ ਸਿੱਖਾਂ ਨੂੰ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਾਨੂੰ ਤਾਂ ਪੂਰਾ ਆਦੇਸ਼ ਆ ਕਿ ਇਹ ਜਿਹੜਾ ਪੱਗ ਹੈਗੀ ਆ, ਇਹ ਗਲਾ ਜੇ ਕਟੇਗਾ ਤਾਂ ਇਹ ਗੁਰੂ ਦੇ ਹੁਕਮ ਨਾਲ ਕਟੇਗਾ, ਕੌਮ ਦੀ ਰਾਖੀ ਲਈ ਕਟੇਗਾ। ਇਹ ਪੱਗ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਵੀ ਹੀ ਟਿਕ ਸਕਦੀ ਆ, ਔਰ ਕਿਸੇ ਬੰਦੇ ਦੇ ਚਰਨਾਂ ਵਿੱਚ ਨਹੀਂ ਟਿਕ ਸਕਦੀ। ਗੁਰੂ ਨਾਨਕ ਸਾਹਿਬ ਨੇ ਤਾਂ ਬੜਾ ਕਲੀਅਰ ਕਿਹਾ ਨਾ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਐ ਜੋ ਜੰਮੇ ਤੇ ਮਰ ਜਾਏ। ਲੇਕਿਨ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਔਰ ਉਸੇ ਸਿਮਰਤੀ ਦੇ ਏਵਜ਼ ਵਿੱਚ ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲੀ ਆ, ਔਰ ਉਹ ਰਬੜ ਸਟੈਂਪ ਦੇ ਤੌਰ ਤੇ ਬੈਠੇ ਨੇ। ਇੱਕ ਹਾਈਜੈਕਡ ਮੁੱਖ ਮੰਤਰੀ ਨੇ, ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਉਧਾੜ ਲਿਆ ਹੈ। ਜੇ ਉਧਾੜਿਆ ਨਾ ਹੁੰਦਾ ਤਾਂ ਘੱਟੋ ਘੱਟ ਇੱਕ ਮੰਤਰੀ ਤਾਂ ਬਰਾਤ ਵਿੱਚ ਗਿਆ ਹੁੰਦਾ, ਇੱਕ ਸਿੰਗਲ ਮੰਤਰੀ ਬਰਾਤ ਵਿੱਚ ਨਹੀਂ ਸੀ, ਇੱਕ ਸਿੰਗਲ ਮੰਤਰੀ। ਔਰ ਮੈਨੂੰ ਹੈਰਾਨੀ ਹੈ ਕਿ ਜਿਹੜੇ ਭਗਵੰਤ ਮਾਨ ਦੇ ਪਰਮ ਮਿੱਤਰ ਨੇ, ਜਿਹੜੇ ਉਹਦੇ ਨਾਲ ਬਚਪਨ ਤੋਂ ਨਾਲ ਨੇ, ਕਰਮਜੀਤ ਅਨਮੋਲ, ਬਿੰਨੂ ਢਿੱਲੋਂ, ਦੇਵ ਖਰੋੜ, ਹਾਂਜੀ,
ਆਪਣੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਹੈਗਾ। ਕੋਈ ਤਾਂ ਹੁੰਦਾ ਪਤਾ ਲੱਗਦਾ ਕਿ ਯਾਰ ਇਹ ਮੈਰਿਜ ਵਿੱਚ ਸਿਰਫ ਹਾਈਜੈਕਡ ਮੈਰਿਜ ਸੀ, ਹਾਈਜੈਕਡ ਮੁੱਖ ਮੰਤਰੀ ਆ, ਪਰ ਜੇ ਉਹਨੂੰ ਪੂਰਾ ਸਮਝੀਏ ਹਾਲੇ ਸਟੇਟ ਹਾਈਜੈਕ ਨਹੀਂ ਹੋਈ, ਕਿਉਂਕਿ ਪੰਜਾਬੀਆਂ ਨੂੰ ਹਾਈਜੈਕ ਕਰਨਾ ਕਿਸੇ ਅਫਗਾਨੀ, ਤੁਰਕੀ, ਅੰਗਰੇਜ਼ਾਂ ਦੇ ਸਮਰੱਥ ਨਹੀਂ, ਉਹ ਨਹੀਂ ਸਮਰੱਥ ਹੋ ਸਕੇ ਪੰਜਾਬੀਆਂ ਨੂੰ ਹਾਈਜੈਕ ਕਰ ਸਕਣ। 200 ਸਾਲ ਹਿੰਦੁਸਤਾਨ ਤੇ ਰਾਜ ਰਿਹਾ, 95 ਸਾਲ ਪੰਜਾਬ ਦੇ ਉੱਤੇ ਰਿਹਾ। ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ। ਇਹ ਜੇ ਕੇਜਰੀਵਾਲ ਲੱਖ ਚੁਸਤੀਆਂ ਕਰ ਲੇ, ਲੱਖ ਸ਼ਰਾਰਤਾਂ ਕਰ ਲੇ, ਪੰਜਾਬੀਆਂ ਨੂੰ ਜੇ ਹਾਈਜੈਕ ਕਰੋਗੇ ਤਾਂ ਮੁਸ਼ਕਿਲ ਹੋਏਗੀ। ਇਹ ਜੋ ਕਮੇਟੀ ਬਣਾਈ ਹੈ ਇਹ ਸਲਾਹ ਦਿਆ ਕਰੂਗੀ ਮੁੱਖ ਮੰਤਰੀ ਨੂੰ ਕਿ ਕੀ ਕਰਨਾ। ਮੈਂ ਕਹਿੰਦਾ ਉਹ ਤਾਂ ਪਹਿਲਾਂ ਵੀ ਇਹੀ ਸਲਾਹ ਦੇ ਰਹੀ ਸੀ, ਇਹਨਾਂ ਦੀ ਸਲਾਹ ਤੇ ਹੀ ਚੱਲਦਾ ਸੀ। ਸੋ ਇੱਕ ਤਰੀਕੇ ਨਾਲ ਉਹ ਸਲਾਹ ਨੂੰ ਲੈਜਿਟਮਾਈਜ਼ ਕਰਨ ਦੀ ਕੋਸ਼ਿਸ਼ ਹੈਗੀ ਆ, ਪਰ ਇਸ ਦੇ ਲਈ ਵੀ ਪੰਜਾਬੀਆਂ ਨੇ ਬਹੁਤ ਜਲਦ ਸੜਕਾਂ ਦੇ ਉੱਪਰ ਰੋਹ ਉਜਾਗਰ ਕਰਨਾ ਹੈਗਾ। ਜੇ ਮੱਤੇਵਾੜਾ ਵਾਲਾ ਵੀ ਵਾਪਸ ਲਿਆ ਨਾ ਨੋਟੀਫਿਕੇਸ਼ਨ, ਤਾਂ ਸਰਕਾਰ ਨੂੰ ਇਹ ਸਲਾਹਕਾਰ ਕਮੇਟੀ ਦਾ ਨੋਟਿਸ ਵੀ ਛੇਤੀ ਹੀ ਵਾਪਸ ਲੈਣਾ ਪਏਗਾ। ਇਹਦੇ ਬਾਰੇ ਵੀ ਜਲਦੀ ਹੀ ਮੋਰਚਾ ਖੁੱਲੇਗਾ, ਚਾਹੇ ਉਹ ਸੰਯੁਕਤ ਕਿਸਾਨ ਮੋਰਚਾ ਜਾਂ ਹੋਰ ਜਥੇਬੰਦੀਆਂ ਨੂੰ ਰਲ ਕੇ ਖੋਲਣਾ ਪਏ। ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਦਿਨ ਬਾਹਲੇ ਦੂਰ ਨਹੀਂ ਹੈਗੇ। ਸੁਖਵਿੰਦਰ ਜੀ ਜੀ ਸਮਝ ਸਾਹਿਬ, ਇਹ ਵੀ ਤਾਂ ਹੈ ਨਾ ਕਿ ਸਲਾਹਕਾਰ ਕਮੇਟੀ ਦੀ ਅੱਗੇ ਵੀ ਲੋੜ ਰਹਿੰਦੀ ਹੈ। ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸੀਗੇ ਤਾਂ ਉਦੋਂ ਵੀ ਉਹਨਾਂ ਨੇ ਆਪਣੇ ਸਲਾਹਕਾਰਾਂ ਦੀ ਫੌਜ ਭਰਤੀ ਕੀਤੀ ਸੀ ਤੇ ਅਕਾਲੀਆਂ ਵੇਲੇ ਵੀ ਰਹੀ ਹੈ। ਤੇ ਹੁਣ ਤਾਂ ਫਿਰ ਕੀ ਭਗਵੰਤ ਮਾਨ ਨੂੰ ਇਹਦੇ ਨਾਲ ਜੇ ਕੋਈ ਚੰਗੀ ਸਲਾਹ ਆਉਂਦੀ ਹੈ, ਭਾਵੇਂ ਉਹ ਦਿੱਲੀੋਂ ਦਵੇ, ਡਾਕਟਰ ਗਰਗ ਸਾਹਿਬ ਕਹਿੰਦੇ ਹੁੰਦੇ ਨੇ ਕਿ ਭਾਵੇਂ ਕੋਈ ਅਮਰੀਕਾ ਤੋਂ ਆ ਕੇ ਸਲਾਹ ਦਵੇ, ਗੱਲ ਤਾਂ ਇਹ ਹੈ ਕਿ ਸਲਾਹ ਲੈ ਲੈਣੀ ਚਾਹੀਦੀ ਹੈ ਜੇ ਉਹ ਚੰਗੀ ਸਲਾਹ ਦੇਣ ਤਾਂ। ਇਹਦੇ ਵਿੱਚ ਹਰਜ਼ ਕੀ ਹੈ? ਸੁਖਵਿੰਦਰ ਜੀ ਮੈਨੂੰ ਕਹਿਣਾ ਨਹੀਂ ਚਾਹੀਦਾ, ਬੋਲ ਕੌੜੇ ਹੋ ਜਾਂਦੇ ਨੇ। ਜਿਹੜੇ ਕੈਪਟਨ ਸਾਹਿਬ ਨੇ ਸਲਾਹਕਾਰ ਰੱਖੇ ਸੀ ਉਹਨਾਂ ਤੋਂ ਤਾਂ ਇਲਜ਼ਾਮ ਇਹ ਵੀ ਲੱਗਦੇ ਰਹੇ ਕਿ ਉਹ ਤਾਂ ਦਲਾਲੀ ਕਰਦੇ ਨੇ, ਸੌਦੇ ਕਰਾਉਂਦੇ ਨੇ, ਕੇਸ ਲੈ ਕੇ ਆਉਂਦੇ ਨੇ, ਪਰ ਉਹਨਾਂ ਦਾ ਹੱਲ ਹੁੰਦਾ। ਤੇ ਜੇ ਇਹੀ ਕੰਮ ਸਲਾਹਕਾਰ ਕਮੇਟੀ ਅਕਾਲੀ ਦਲ ਬਾਦਲ ਦੇ ਉੱਪਰ ਵੀ ਇਹੀ ਇਲਜ਼ਾਮ ਲੱਗਦੇ ਰਹੇ ਨੇ। ਅਕਾਲੀਆਂ ਨੇ ਹਲਕਾ ਇੰਚਾਰਜ ਦੀ ਪ੍ਰਥਾ ਸ਼ੁਰੂ ਕੀਤੀ ਸੀ। ਹਲਕਾ ਇੰਚਾਰਜ ਦੱਸਦਾ ਸੀ ਵੀ ਕੌਣ ਥਾਣੇਦਾਰ ਲੱਗੂ, ਕੌਣ ਡੀਐਸਪੀ ਹੋਊ, ਕੌਣ ਐਸਐਸਪੀ ਹੋਊ, ਕੌਣ ਡੀਸੀ ਲੱਗੇਗਾ, ਔਰ ਮਾਈਨਿੰਗ ਕਿਹਨੂੰ ਦਿੱਤੀ ਜਾਊਗੀ, ਅਜੇ ਘੜੇ ਦਾ ਰੇਟ ਕੀ ਹੋਏਗਾ, ਜੂਏਬਾਜੀ ਦਾ ਕੌਣ ਪੈਸੇ ਆਉਣਗੇ ਐਮਐਲਏ ਨੂੰ। ਇਹ ਕੰਮ ਉੱਥੋਂ ਸ਼ੁਰੂ ਹੋਇਆ ਸੀ। ਇਹ ਕਾਂਗਰਸੀਆਂ ਵਿੱਚ ਵੀ ਚੱਲਦਾ ਰਿਹਾ ਤੇ ਇਹੀ ਸਲਾਹਕਾਰ ਕਮੇਟੀ ਹੁਣ ਆਮ ਆਦਮੀ ਪਾਰਟੀ 'ਚ ਬਣ ਗਈ ਆ। ਤਾਂ ਮਤਲਬ ਉਹੀ ਰਵਾਇਤੀ ਕੰਮ ਸ਼ੁਰੂ ਹੋ ਗਿਆ ਨਾ। ਜਿਹੜੀਆਂ 92 ਸੀਟਾਂ ਦਿੱਤੀਆਂ ਸੀ ਉਹ ਤਾਂ ਫਿਰ ਪਛਤਾਤਾਪ ਦੇ ਰੈਲੀ ਵਿੱਚ ਚਲੀਆਂ ਜਾਣਗੀਆਂ ਨਾ ਕਿ ਹੁਣ ਗਲਤੀ ਹੋ ਗਈ ਪੰਜਾਬੀਆਂ ਤੋਂ। ਸੋ ਬਟ ਉਹਦੇ ਲਈ ਜੇ ਗਲਤੀ ਕਰ ਲਈ ਆ ਤੇ ਉਹਦੀ ਰਾਖੀ ਵੀ ਸਾਨੂੰ ਹੀ ਕਰਨੀ ਪੈਣੀ ਆ। ਉਹਦੇ ਲਈ ਸਾਨੂੰ ਹੀ ਆਵਾਜ਼ ਬੁਲੰਦ ਕਰਨੀ ਆ। ਸਲਾਹਕਾਰ ਕਮੇਟੀ ਜੇ ਪੰਜਾਬ ਦੇ ਵਿੱਚ, ਜੇ ਹੁਣ ਤੁਸੀਂ ਟੈਕਨੀਕਲ ਸਵਾਲ ਦਾ ਆਨਸਰ ਦਿੰਦਾ ਮੈਂ, ਜੇ ਪੰਜਾਬ ਦੇ ਵਿੱਚ 100 ਵਿਭਾਗ ਹੈਗਾ ਤਾਂ 100 ਵਿਭਾਗਾਂ ਦੇ ਵਿੱਚ ਲੀਗਲ ਜਿਹੜਾ ਆਪਣਾ ਸਰਵਿਸਿਜ਼ ਹਰ ਤਰੀਕੇ ਦਾ ਇੱਕ ਸਲਾਹਕਾਰ ਬੈਠਾ ਹੈਗਾ, ਆਲਰੇਡੀ ਬੈਠਾ ਹੈਗਾ। ਉਹ ਸਲਾਹਕਾਰ ਕਿੱਥੇ ਨੇ? ਜਿਹੜਾ ਐਡਵੋਕੇਟ ਜਨਰਲ ਹੈ ਕੀ ਆ? ਇਹ ਵੀ ਤਾਂ ਸਲਾਹਕਾਰ ਹੀ ਆ। ਸਲਾਹ ਵੀ ਦੇਣੀ ਹੈ ਤੇ ਫਿਰ ਉਹਦੇ ਕੋਲ ਪਾਵਰਾਂ ਵੀ ਨੇ, ਉਹਨੇ ਲੜਨਾ ਵੀ ਹੈਗਾ ਸਰਕਾਰ ਦੀ ਮਰਜ਼ੀ ਨਾਲ। ਜਿਹੜੇ ਖੇਤੀਬਾੜੀ ਦੇ ਵਿੱਚ ਸੈਕਟਰੀ ਬੈਠੇ ਨੇ, ਆਈਐਸ ਬੈਠੇ ਨੇ, ਜਿਹੜੇ ਡਾਇਰੈਕਟਰ ਬੈਠੇ ਨੇ, ਜਿਹੜੇ ਥੱਲੋਂ ਉੱਠ ਕੇ ਉੱਪਰ ਤੱਕ ਗਏ ਨੇ, ਉਹ ਜਿੰਨੇ ਅਸਿਸਟੈਂਟ ਡਾਇਰੈਕਟਰ ਨੇ ਉਹ ਸਾਰੇ ਸਲਾਹਕਾਰ ਹੀ ਨੇ। ਉਹ ਹੁਕਮ ਥੋੜੀ ਦੇ ਸਕਦੇ ਨੇ, ਉਹ ਸਰਕਾਰ ਨੂੰ ਤਜਵੀਜ਼ਾਂ ਹੀ ਦਿੰਦੇ ਨੇ। ਆਪਣੀ ਇਖਲਾਕ ਦੇ ਨਾਲ, ਆਪਣੀ ਨੌਲੇਜ ਦੇ ਨਾਲ ਦੱਸਦੇ ਨੇ ਕਿ ਇੱਥੇ ਆਹ ਚੀਜ਼ ਹੋ ਸਕਦੀ ਆ। ਉਹੀ ਹੋਊਗਾ ਨਾ। ਉਹਨਾਂ ਤੋਂ ਡਰ ਭ੍ਰਿਸ਼ਟਾਚਾਰ ਦਾ ਹੈਗਾ ਤੇ ਇਹ ਕਿਵੇਂ ਮੰਨ ਲਈਏ ਕਿ ਜਿਹੜੀ ਇਹ ਰਾਘਵ ਚੱਡੇ ਵਾਲੀ ਬਰਾਤ ਆਈ ਹੈਗੀ ਆ ਇਹ ਭ੍ਰਿਸ਼ਟਾਚਾਰੀ ਨਹੀਂ ਹੋਏਗੀ। ਇਹਨਾਂ ਉੱਤੇ ਵੀ ਤਾਂ 19 ਇਲਜ਼ਾਮ ਲੱਗੇ ਸੀ। ਰਾਘਵ ਚੱਡੇ ਤੇ 2017 ਦੀਆਂ ਚੋਣਾਂ ਦੇ ਵਿੱਚ ਕਿੱਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ। ਉਦੋਂ ਤਾਂ ਇਹਨਾਂ ਨੂੰ ਨੈਸ਼ਨਲ ਕੋਰ ਕਮੇਟੀ ਚੋਂ ਵੀ ਆਮ ਆਦਮੀ ਪਾਰਟੀ ਨੇ ਕੱਢਤਾ ਸੀ। ਕੀ ਉਹ ਲੋਕ ਤੁਸੀਂ ਭੁੱਲ ਚੁੱਕੇ ਹੋ? ਅੱਜ ਵੀ ਤੁਸੀਂ ਰਾਘਵ ਚੱਡਾ ਆਪਣਾ ਕੀ ਕਹਿੰਦੇ ਨੇ ਉਹ ਸਕੈਮ ਜਾਂ ਕਨਸਪੀਰੇਸੀ ਦੀ ਗੱਲ ਪਾ ਕੇ ਦੇਖੋ, ਗੂਗਲ ਵਿੱਚ ਤੁਹਾਨੂੰ ਕਿੰਨੀਆਂ ਖਬਰਾਂ ਮਿਲ ਜਾਣਗੀਆਂ। ਔਰ ਰਾਘਵ ਚੱਡਾ ਹੀ ਸੀ ਜਿਹੜਾ ਮੁੱਖ ਮੰਤਰੀ ਦੇ ਵਿਆਹ ਵਾਲੇ ਦਿਨ ਸਭ ਤੋਂ ਪਹਿਲਾਂ ਘਰੇ ਪਹੁੰਚੇ ਸੀ, ਕਿਉਂਕਿ ਉਦੋਂ ਆਰਡਰ ਹੀ ਨਹੀਂ ਸੀ ਕਿਸੇ ਨੂੰ ਕਿ ਜਦੋਂ ਤੱਕ ਰਾਘਵ ਚੱਡਾ ਉਸ ਘਰ ਦੇ ਵਿੱਚ ਨਹੀਂ ਵੜ ਜਾਊਗਾ ਉਦੋਂ ਤੱਕ ਕੋਈ ਦੂਸਰਾ ਬੰਦਾ ਹਿੰਮਤ ਨਹੀਂ ਕਰੂਗਾ ਉੱਥੇ ਘਰ ਵੜਨ ਦੀ। ਕਿਸੇ ਨੂੰ ਹੁਕਮ ਹੀ ਨਹੀਂ ਸੀ ਹੈਗਾ। ਪਰ ਦਿਖਾਇਆ ਕੁਝ ਹੋਰ ਤਰੀਕੇ ਨਾਲ ਜਾਂਦਾ, ਦੇਖਦੇ ਅਸੀਂ ਕੁਝ ਹੋਰ ਤਰੀਕੇ ਨਾਲ, ਸਮਝਾਇਆ ਸਾਨੂੰ ਕੁਝ ਹੋਰ ਤਰੀਕੇ ਨਾਲ ਜਾਂਦਾ। ਸੋ ਬਟ ਸਾਨੂੰ ਆਪਣੇ ਬੁੱਧੀ ਨਾਲ ਸਮਝਣਾ ਪਏਗਾ, ਵਿਵੇਕ ਨਾਲ, ਕਿ ਜੋ ਹੋ ਰਿਹਾ ਉਹ ਪਰਦੇ ਦੇ ਪਿੱਛੇ ਕਹਾਣੀ ਹੋਰ ਆ, ਪਰਦੇ ਦੇ ਅੱਗੇ ਕਹਾਣੀ ਹੋਰ ਆ। ਔਰ ਇਸ ਵੇਲੇ ਜਿਹੜੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਘਾਟ ਰੜਕ ਰਹੀ ਆ, ਸਿੱਧੂ ਮੂਸੇਵਾਲੇ ਦੇ ਮਰਨ ਦਾ ਲੋਕ ਇੰਨਾ ਅਫਸੋਸ ਕਿਉਂ ਕਰ ਰਹੇ ਨੇ? ਕਿਉਂ ਕਰ ਰਹੇ ਨੇ? ਇੱਕ ਗਾਇਕ ਸੀ,
ਉਹ ਡੀਜੇ ਲਾਉਂਦਾ ਸੀ, ਉਹ ਖਾੜੇ ਲਾਉਂਦਾ ਸੀ। ਲੋਕ ਉਹਦੇ ਲਈ ਕਿਉਂ ਮਰੇ ਜਾ ਰਹੇ ਨੇ? ਉਹਦਾ ਕੀ ਕਾਰਨ ਹੈਗਾ? ਉਹਦਾ ਕਾਰਨ ਇਹੀ ਹੈ ਸੁਖਵਿੰਦਰ ਜੀ ਕਿ ਉਹ ਲੋਕਾਂ ਦੇ ਦਿਲ ਦੀ ਗੱਲ ਕਰਦਾ ਸੀ, ਦਿਲ ਦੀ। ਜੋ ਲੋਕਾਂ ਦੇ ਜ਼ਖਮ ਨੇ, ਜੋ ਉਹਨਾਂ ਦੇ ਨਾਲ ਹੋ ਰਹੀ ਆ, ਜੋ ਉਹਨਾਂ ਨਾਲ ਹੁੰਦੀ ਆਈ ਹੈ, ਉਹਦੀ ਗੱਲ ਕਰ ਰਿਹਾ ਸੀ। ਉਹ ਇੱਕ ਆਮ ਗਾਇਕ ਨਹੀਂ ਸੀ। ਉਹ ਜਦੋਂ ਜਿਉਂਦਾ ਰਿਹਾ ਤਾਂ ਲੋਕਾਂ ਨੇ ਉਹਨੂੰ ਕਿਹਾ ਵੀ ਇਹ ਅਸਲਾ ਆਪਣਾ ਹਿੰਸਾ ਫੈਲਾਉਂਦਾ, ਪਰ ਜਦੋਂ ਮਰਿਆ ਤਾਂ ਲੋਕਾਂ ਨੂੰ ਸਮਝ ਆਇਆ ਕਿ ਉਹ ਹਿੰਸਾ ਨਹੀਂ, ਉਹ ਅੰਦੋਲਨ ਫੈਲਾ ਰਿਹਾ ਸੀ। ਉਹ ਐਲਾਨ ਕਰ ਗਿਆ। ਉਹ ਸਰਕਾਰਾਂ ਉਹਦੇ ਮਰੇ ਤੋਂ ਵੀ ਡਰ ਰਹੀਆਂ ਨੇ। ਐਡੀ ਵੱਡੀ ਮਾਣ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਜ਼ਿੰਦਗੀ ਤੋਂ ਬਾਅਦ ਪ੍ਰਾਪਤ ਹੁੰਦਾ। ਪੰਜਾਬ ਦੇ ਵਿੱਚ ਐਡਾ ਵੱਡਾ ਮਾਣ ਜੇ ਹਾਲੇ ਤੱਕ ਕਿਸੇ ਨੂੰ ਪ੍ਰਾਪਤ ਸੀ ਤਾਂ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪ੍ਰਾਪਤ ਸੀ ਕਿ ਉਹਨਾਂ ਦੀਆਂ ਤਸਵੀਰਾਂ ਲਹਾ ਰਹੀ ਹੈ ਸਰਕਾਰ। ਉਹਨਾਂ ਤੋਂ ਹਲੇ ਵੀ ਡਰ ਲੱਗਦਾ ਹੈਗਾ। ਤੇ ਉਹੀ ਲੱਗ ਰਿਹਾ ਕਿ SYL ਦਾ ਗਾਣਾ ਜਿਵੇਂ ਬੰਦ ਕੀਤਾ ਤੇ ਉਸ ਤੋਂ ਬਾਅਦ ਆਪਣੇ ਇੱਕ ਹੋਰ ਸਿੰਗਰ ਦਾ ਗਾਣਾ ਬੰਦ ਕੀਤਾ ਹੈਗਾ, ਤੇ ਉਹ ਲੱਗ ਰਿਹਾ ਸਰਕਾਰਾਂ ਨੂੰ ਵੀ ਪਤਾ ਕਿ ਜਿਹੜੇ ਇਹ ਆਰਟਿਸਟ ਹੁੰਦੇ ਨੇ, ਜੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲੱਗ ਜਾਣ ਤਾਂ ਅੰਦੋਲਨ ਤਿਆਰ ਹੈਗਾ। ਜੀ ਸੀਮਤ ਸਮਝ ਸਾਹਿਬ, ਮੈਂ ਜਾਂਦੇ ਜਾਂਦੇ ਇੱਕ ਹੋਰ ਟਿੱਪਣੀ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਆਖਿਰਕਾਰ ਕਦੋਂ ਤੱਕ ਬੇਰੁਜ਼ਗਾਰ ਡਾਂਗਾ ਖਾਂਦੇ ਰਹਿਣਗੇ? ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੰਗਰੂਰ ਵਾਲੀ ਰਿਹਾਇਸ਼ ਹੈ ਉਹਦੇ ਬਾਹਰ ਚੰਗੀ ਡਾਂਗ ਖੜਕੀ ਕੱਲ ਕਹਿੰਦੇ, ਪਰ ਇਹ ਦਾ ਪੇਚ ਜਿਹਾ ਸਮਝ ਨਹੀਂ ਆਉਂਦਾ ਕਿ ਸਰਕਾਰ ਗਲਤ ਆ ਜਾਂ ਫਿਰ ਇਹ ਜਥੇਬੰਦੀਆਂ ਦੀ ਕੋਈ ਗਲਤੀ ਹੈ। ਕਸੂਰ ਕਿਹਦਾ ਇਹਦੇ ਵਿੱਚ ਸਮਝਿਆ ਜਾਵੇ ਕਿ ਉਹਨਾਂ ਨੇ ਪੜ੍ਹ ਕੇ ਕੀ ਕਸੂਰ ਕਰ ਲਿਆ ਕਿ ਉਹਨਾਂ ਨੂੰ ਨਿਯੁਕਤ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ? ਤੇ ਸਰਕਾਰ ਦੀ ਕਿੱਥੇ ਗਲਤੀ ਹੈ ਜਾਂ ਸਰਕਾਰ ਸਹੀ ਹੈ ਕਿਸੇ ਪਾਸੇ ਕਿ ਨਹੀਂ ਹੈਗੀ? ਸੁਖਵਿੰਦਰ, ਤੁਸੀਂ ਯਾਦ ਕਰੋ ਵੋਟਾਂ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਜਾਂ ਕੋਈ ਵੀ ਇਹਨਾਂ ਦਾ ਰੈਲੀਆਂ ਵਿੱਚ ਜਾਂਦੇ ਸੀ ਅੱਡੋ ਅੱਡ, ਇਹ ਬੋਲਦੇ ਸੀ ਕਿ ਸਾਨੂੰ ਸਭ ਪਤਾ, ਸਾਨੂੰ ਪਤਾ ਕੀ ਕਰਨਾ, ਸਾਡੇ ਕੋਲ ਲਿਖਿਆ ਪਿਆ ਕੀ ਕਰਨਾ, ਸਾਡੀਆਂ ਪਾਲਿਸੀਆਂ ਬਣੀਆਂ ਪਈਆਂ ਕੀ ਕਰਨਾ। ਮਤਲਬ ਇਹ ਉਹ ਚੀਜ਼ ਹੈਗੀ ਆ। ਚਾਰਲੀ ਚੈਪਲਿਨ ਦੀ ਫਿਲਮ ਦੇਖੋ ਤੁਸੀਂ, ਉਹ ਬੰਦਾ ਨਾ ਇੱਕ ਨਦੀ 'ਚ ਛਾਲ ਮਾਰ ਰਿਹਾ ਹੁੰਦਾ, ਨਦੀ ਛਾਲ ਮਾਰਦਾ ਹੁੰਦਾ, ਉਹਨੂੰ ਚਾਰਲੀ ਚੈਪਲਿਨ ਬਚਾ ਲੈਂਦਾ, ਬੜਾ ਔਖਾ ਨਦੀ 'ਚੋਂ ਕੱਢਦਾ, ਉਹਨੂੰ ਰਾਤ ਨੂੰ ਘਰੇ ਲੈ ਜਾਂਦਾ, ਬੜਾ ਅਮੀਰ ਆਦਮੀ, ਉਹਨੂੰ ਦੀ ਰਾਤ ਨੂੰ ਖਵਾਉਂਦਾ ਪਿਆਉਂਦਾ, ਬੜਾ ਪਿਆਰ ਕਰਦਾ ਵੀ ਯਾਰ ਤੂੰ ਮੈਨੂੰ ਬਚਾ ਲਿਆ, ਪਰ ਉਹ ਨਸ਼ੇ ਵਿੱਚ ਸੀ। ਉਹ ਬੰਦਾ ਚਾਰਲੀ ਚੈਪਲਿਨ ਨੂੰ ਜਾਣ ਨਹੀਂ ਦਿੰਦਾ, ਕਹਿੰਦਾ ਤੂੰ ਮੇਰੇ ਕੋਲੇ ਹੀ ਸੌਏਗਾ ਰਾਤ ਨੂੰ। ਉਹਨੂੰ ਬੜਾ ਆਲੀਸ਼ਾਨ ਕਮਰਾ ਖੋਲ ਕੇ ਦਿੰਦਾ ਤੇ ਉੱਥੇ ਸੌ ਜਾਂਦਾ। ਸਵੇਰੇ ਜਦੋਂ ਉਹ ਬੰਦਾ ਉੱਠ ਖੜਦਾ ਤਾਂ ਉਹ ਦੇਖਦਾ ਕਿ ਉਹਦੇ ਮਹਿਮਾਨਖਾਨੇ ਵਿੱਚ ਕੌਣ ਸੁੱਤਾ ਪਿਆ ਹੈ, ਸੁੱਕੂ ਜਾਂ ਮਰਿਆ ਜਾ। ਉਹਦੇ ਛਾਂਟੇ ਮਾਰਦਾ, ਉਹਦੇ ਲੱਤਾਂ ਮਾਰਦਾ, ਉਹਨੂੰ ਕੁੱਟਣ ਲੱਗ ਜਾਂਦਾ, ਉਹਨੂੰ ਘਰੋਂ ਬਾਹਰ ਕੱਢ ਦਿੰਦਾ। ਉਹ ਕਹਿੰਦਾ ਯਾਰ ਮੈਂ ਉਹੀ ਆ ਜਿਹਨੇ ਤੈਨੂੰ ਬਚਾਇਆ ਸੀ। ਉਹ ਕਹਿੰਦਾ ਮੈਂ ਨਹੀਂ ਤੈਨੂੰ ਪਛਾਣਦਾ। ਉਹ ਕੁੱਟਦਾ ਮਾਰਦਾ, ਉਹਨੂੰ ਬਾਹਰ ਕੱਢ ਦਿੰਦਾ। ਅਗਲੀ ਰਾਤ ਨੂੰ ਉਹ ਫੇਰ ਬੰਦਾ ਉਵੇਂ ਡਿੱਗ ਪੈਂਦਾ ਨਦੀ 'ਚ, ਉਹ ਫੇਰ ਬਚਾਉਂਦਾ ਉਹਨੂੰ, ਉਹਦੇ ਨਾਲ ਫੇਰ ਉਹੀ ਹੁੰਦੀ ਆ। ਸੋ ਪੰਜਾਬ ਦੇ ਲੋਕਾਂ ਨਾਲ ਵੀ ਉਹੀ ਹੁੰਦੀ ਆ ਕਿ ਅਸੀਂ ਜ਼ੋਰ ਲਾ ਕੇ ਸਰਕਾਰ ਬਣਾਈ, ਸਾਡੀਆਂ ਮੰਗਾਂ ਪੂਰੀਆਂ ਵਾਅਦਾ ਕੀਤਾ ਕਿ ਪੂਰੀਆਂ ਕੀਤੀਆਂ ਜਾਣਗੀਆਂ, ਮਾਸਟਰ ਲਾਵਾਂਗੇ, ਜੋ ਬੇਰੁਜ਼ਗਾਰ ਆ ਉਹ ਖਤਮ ਕਰਾਂਗੇ ਬੇਰੁਜ਼ਗਾਰੀ ਨੂੰ। ਪਰ ਜਿਵੇਂ ਸਰਕਾਰ ਦਾ ਨਸ਼ਾ ਉਤਰਿਆ, ਸਰਕਾਰ ਬੈਠ ਗਈ ਵੀ ਹੁਣ 5 ਸਾਲ ਸਾਨੂੰ ਕੋਈ ਨਹੀਂ ਲਾ ਸਕਦਾ। ਜੇ 30-32 ਬੰਦੇ ਛੱਡ ਵੀ ਜਾਣਗੇ ਤਾਂ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਹਾਲਾਂਕਿ 30-32 ਬੰਦੇ ਜੇ ਛੱਡ ਜਾਂਦੇ ਨੇ ਤਾਂ ਉਹਨਾਂ ਤੇ ਆਪਣਾ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਹੈਗਾ, ਕਿਉਂਕਿ 2/3 ਜਾਣਗੇ। 2/3 ਲਈ ਵੱਡਾ ਹਿੱਸਾ ਚਾਹੀਦਾ ਤਾਂ ਉਹਨਾਂ ਤੇ ਕਾਨੂੰਨ ਵੀ ਲਾਗੂ ਹੋ ਜਾਏਗਾ। ਸੌਰੀ, ਮੈਂ ਇਹ ਕਹਿਣਾ ਚਾਹ ਰਿਹਾ ਸੀ। ਸੋ ਸਰਕਾਰ ਬੜੀ ਸੌਖੀ ਬਿਠਾਤੀ ਤੇ ਹੁਣ ਸਾਡਾ ਹੱਲ ਵੀ ਉਹੀ ਚਾਰਲੀ ਚੈਪਲਿਨ ਵਾਲਾ ਹੈਗਾ ਕਿ ਉਹਨੂੰ ਜਦੋਂ ਵੀ ਔਕੜ 'ਚ ਆਉਂਦੀ ਆ ਉਹਨੂੰ ਬਚਾ ਲਓ। ਇਹ ਥੋੜੀ ਜਿਹੀ ਮਾਲਿਸ਼ ਕਰ ਦੇਣਗੇ, ਯਾਨੀ ਕਿ ਜੋ ਬਿਆਨਾਂ ਵਿੱਚ ਕਰ ਦਿੰਦੇ ਨੇ ਕਿ ਅਸੀਂ ਇਹ ਕਰ ਦਿਆਂਗੇ, 36,000 ਪੋਸਟਾਂ ਭਰ ਦਿਆਂਗੇ, ਠੇਕੇ ਵਾਲੇ ਦੀਆਂ ਪੱਕੀਆਂ ਕਰ ਦਿਆਂਗੇ। ਹਾਲਾਂਕਿ ਤੁਸੀਂ ਉਹ ਜਾ ਕੇ ਦੇਖੋ, ਜਿਹੜਾ ਉਹਦੇ ਉੱਤੇ ਪਿਆ ਸੀਗਾ 36,000 ਚੋਂ ਘੱਟ ਕੇ 10,000 ਹੀ ਪੋਸਟਾਂ ਰਹਿ ਗਈਆਂ। ਸਰਕਾਰ ਨੇ ਉਹ ਪੋਸਟਾਂ ਹੀ ਮੁਕਾਤੀਆਂ। 25,000 ਕਹਿੰਦੇ ਅਸੀਂ ਹੋਰ ਕੱਢਾਂਗੇ। ਉਹ ਹਾਲਾਤ ਨੇ ਸਰਕਾਰ ਦੇ ਕਿ ਕੁੱਟੀ ਜਾਓ ਲੋਕਾਂ ਨੂੰ। ਬਿਲਕੁਲ ਜੋ ਮੋਦੀ ਸਰਕਾਰ ਕਰ ਰਹੀ ਆ ਉਹੀ ਇਹ ਕੇਜਰੀਵਾਲ ਸਰਕਾਰ ਕਰ ਰਹੀ ਆ, ਪੰਜਾਬ ਵਾਲੀ ਕੇਜਰੀਵਾਲ ਸਰਕਾਰ। ਸੋ ਸਰਕਾਰਾਂ ਰਵਾਇਤੀ ਹੋ ਗਈਆਂ ਨੇ, ਜੋ ਕਾਂਗਰਸ ਨੇ ਕੀਤਾ ਉਹੀ ਅਕਾਲੀਆਂ ਨੇ ਕੀਤਾ। ਸੋ ਜੋ ਪੰਜਾਬੀਆਂ ਨੇ ਇੱਕ ਮਾਡਲ ਨਵਾਂ ਤਿਆਰ ਕੀਤਾ ਸੀ ਆਮ ਆਦਮੀ ਪਾਰਟੀ ਦਾ ਕਿ ਝਾੜੂ ਨਾਲ ਸ਼ਾਇਦ ਗੰਦਗੀ ਸਾਫ਼ ਹੋ ਜਾਏਗੀ, ਉਹ ਨਹੀਂ ਹੋਈ। ਜੀ ਸ਼ੁਕਰੀਆ ਸਮਝ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਯਾਦ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਧ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੱਤੇਵਾੜਾ ਜੰਗਲ ਤੇ ਜਿਹੜਾ ਸਰਕਾਰ ਨੇ ਫੈਸਲਾ ਵਾਪਸ ਲਿਆ ਜਾਂ ਰੱਦ ਕੀਤਾ ਆ, ਤੇ ਉਸ ਤੋਂ ਇਲਾਵਾ ਹੋਰ ਜਿੰਨੀਆਂ ਖਬਰਾਂ ਤੇ ਚਰਚਾ ਹੋਈ ਹੈ, ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।